ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਜਿਹੜਾ ਗੁਰੂਆਂ ਦਾ ਦਿੱਤਾ ਸਿਧਾਂਤ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਜੀ, ਇਹ ਉਸ ਸਿਧਾਂਤ ਦੀ ਉਲੰਘਣਾ ਜੇ ਅਗਰ ਅਸੀਂ ਅੱਗ ਲਾਉਂਦੇ ਹਾਂ ਜੀ, ਅਸੀਂ ਇੱਕ ਸ਼ਾਰਟਕਟ ਤਰੀਕਾ ਅਪਣਾਉਂਦੇ ਆ ਜੀ ਕਿ ਤੀਲੀ ਲਾਈ ਤੇ ਨਾੜ ਖਤਮ ਜੀ। ਅੱਜ ਸਾਡੇ ਕੋਲ ਬਹੁਤ ਤਰ੍ਹਾਂ ਦੇ ਸੰਦ, ਟਰੈਕਟਰ, ਬਹੁਤ ਸਾਰੀ ਮਸ਼ੀਨਰੀ ਆ ਚੁੱਕੀ ਹੈ ਜੀ ਕਿ ਅਸੀਂ ਇਸ ਨਾੜ ਨੂੰ ਧਰਤੀ ਦੇ ਵਿੱਚ ਹੀ ਗਾਲ ਸਕਦੇ ਹਾਂ। ਜੇ ਆਪਾਂ ਥੋੜਾ ਜਿਹਾ ਪੇਂਡੂ ਪੱਧਰ ਤੇ ਜਾਈਏ, ਇਹ ਤਾਂ ਬਹੁਤ ਸਾਰੇ ਪਿੰਡਾਂ ਦੇ ਕਿਸਾਨ ਹਜੇ ਵੀ ਅਜਿਹੇ ਨੇ ਜਿਨ੍ਹਾਂ ਨੂੰ ਹਲੇ ਤੱਕ ਹੱਲ ਨਹੀਂ ਮਿਲਿਆ ਕਿ ਇਹਦਾ ਹੱਲ ਕੀ ਆ। ਜੰਗਲ ਦੇ ਵਿੱਚ ਇੱਕ ਪੇੜ ਪੌਦੇ ਉੱਗਦੇ ਆ ਤੇ ਉਹਦੇ ਪੱਤੇ ਥੱਲੇ ਡਿੱਗਦੇ ਆ, ਉਹਦੀ ਖਾਦ ਬਣਦੀ ਹੈ, ਫਿਰ ਉਹਦੇ 'ਚ ਉਹੀ ਪੇੜ ਪੌਦਿਆਂ ਨੂੰ ਖੁਰਾਕ ਮਿਲਦੀ ਹੈ ਤੇ ਉਹ ਪੇੜ ਪੌਦੇ ਹਰੇ ਭਰੇ ਰਹਿੰਦੇ ਜੀ। ਉੱਥੇ ਨਾ ਤਾਂ ਸਾਨੂੰ ਸਪਰੇਅ ਦੀ ਲੋੜ ਪੈਂਦੀ ਹੈ, ਨਾ ਸਾਨੂੰ ਖਾਦ ਦੀ ਲੋੜ ਪੈਂਦੀ ਜੀ। ਉੱਦਾਂ ਹੀ ਸਾਡੀ ਇਹ ਕਿਸਾਨਾਂ ਦੀ ਧਰਤੀ ਆ। ਅਗਰ ਅਸੀਂ ਜਿਹੜੀ ਇਹਦੀ ਰਹਿੰਦ ਖੂੰਹਦ ਹੈ ਜੀ, ਉਹ ਅਗਰ ਅਸੀਂ ਵਿੱਚ ਰਹਿਣ ਦਿੰਦੇ ਹਾਂ ਤਾਂ ਸਾਨੂੰ ਨਾ ਤਾਂ ਸਪਰੇਆਂ ਖਾਦਾਂ ਦੀ ਜ਼ਿਆਦਾ ਲੋੜ ਪਏਗੀ। ਜਿਹੜੀ ਤੁਸੀਂ ਗਲਣ ਦੀ ਗੱਲ ਕੀਤੀ ਹੈ, ਧਰਤੀ ਇੱਕ ਐਸੀ ਚੀਜ਼ ਹੈ ਜਿਹਦੇ ਵਿੱਚ ਪੱਥਰ ਗਲ ਕੇ ਮਿੱਟੀ ਹੋ ਜਾਂਦੀ ਹੈ ਕਿ ਭਾਈ ਅਸੀਂ ਫਸਲ ਤਾਂ ਹੋਰ ਲਾ ਲਈਏ ਪਰ ਸਾਡੇ ਕੋਲ ਆਪਸ਼ਨ ਕੋਈ ਨਹੀਂ ਆ, ਕਿਉਂਕਿ ਸਾਨੂੰ ਸਾਡੀ ਮਿਹਨਤ ਦਾ ਮੁੱਲ, ਹਾਲਾਂਕਿ ਉਹ ਪ੍ਰੋਪਰ ਮੁੱਲ ਕਿਸਾਨਾਂ ਨੂੰ ਅੱਜ ਤੱਕ ਨਹੀਂ ਮਿਲਿਆ, ਨਾ ਕਣਕ ਦਾ ਮਿਲਿਆ ਨਾ ਝੋਨੇ ਦਾ। ਕਿੰਨੀਆਂ ਜਨਰੇਸ਼ਨ ਨੇ ਪਸ਼ੂ ਪੰਛੀਆਂ ਦੀਆਂ ਜਿਹੜੀਆਂ ਅਸੀਂ ਅੱਗ ਲਾ ਕੇ ਤਬਾਹ ਕਰ ਚੁੱਕੇ ਹਾਂ ਜੀ। ਤੇ ਸਾਨੂੰ ਇਨਸਾਨ ਕਹਾਉਣ ਦਾ ਹੱਕ ਨਹੀਂ ਹੈ ਜੀ। ਜੇ ਅਗਰ ਅਸੀਂ ਅੱਜ ਇਸ ਯੁੱਗ ਦੇ ਵਿੱਚ ਵੀ ਇਸ ਗੱਲ ਨੂੰ ਨਹੀਂ ਸਮਝ ਸਕੇ ਕਿ ਸਾਨੂੰ ਅੱਗ ਲਾਉਣੀ ਚਾਹੀਦੀ ਹੈ ਕਿ ਨਹੀਂ ਲਾਉਣੀ ਚਾਹੀਦੀ। ਇਹ ਸਵਾਲ ਨਹੀਂ ਹੈ ਕਿ ਅੱਗ ਲਾਉਣੀ ਚਾਹੀਦੀ ਕਿ ਨਹੀਂ ਲਾਉਣੀ ਚਾਹੀਦੀ, ਇਹ ਇੱਕ ਬੜਾ ਕਲੀਅਰ ਇਹਦਾ ਜਵਾਬ ਹੈ ਕਿ ਅੱਗ ਬਿਲਕੁਲ ਨਹੀਂ ਲਾਉਣੀ ਚਾਹੀਦੀ। ਸਾਨੂੰ ਕੈਂਸਰ ਹੋ ਰਿਹਾ ਹੈ, ਦਮੇ ਦੀ ਬਿਮਾਰੀ ਹੋ ਰਹੀ ਹੈ, ਹਜ਼ਾਰਾਂ ਬਿਮਾਰੀਆਂ ਨੇ ਜਿਹੜੀਆਂ ਅੱਜ ਸਾਡੇ ਘਰਾਂ ਦੇ ਵਿੱਚ ਆ ਚੁੱਕੀਆਂ ਨੇ। ਉਹਦੇ ਪਿੱਛੇ ਕਾਰਨ ਇਨਸਾਨ ਹੈ। ਮਾਨ ਸਰਕਾਰ ਦੇ ਵੱਲੋਂ ਪਿਛਲੇ ਦਿਨ ਹੀ ਐਲਾਨ ਕੀਤਾ ਗਿਆ ਸੀ ਇਹ ਜਿਹੜਾ ਸਿੱਧੀ ਬਜਾਈ ਨੂੰ ਲੈ ਕੇ, ਤੁਹਾਨੂੰ ਕੀ ਲੱਗਦਾ ਕਿ ਉਸ ਐਲਾਨ ਦੇ ਨਾਲ ਕਿਸਾਨਾਂ ਤੇ ਕੋਈ ਅਸਰ ਦਿਖੂਗਾ? ਤਾਂ ਸਕਰੋਲ ਪੰਜਾਬ ਨਾਲ ਬਣੇ ਹੋਏ ਹੋ ਤੁਸੀਂ ਤੇ ਮੈਂ ਹਾਂ ਸੁਖ ਪੱਟੀਵਾਲ। ਤਾਂ ਅਹਿਮ ਮੁੱਦੇ ਤੇ ਚਰਚਾ ਕਰਨ ਦੇ ਲਈ ਅੱਜ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਹਰਪ੍ਰੀਤ ਸਿੰਘ ਗੋਲੂਕੇ। ਇਹ ਅਕਸਰ ਤੁਸੀਂ ਜਾਣਦੇ ਹੋ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਆਪਣੀ ਰਾਏ ਰੱਖਦੇ ਨੇ, ਕਿਸਾਨਾਂ ਦੀ ਆਵਾਜ਼ ਬਣਦੇ ਤੁਸੀਂ ਇਹਨਾਂ ਨੂੰ ਕਈ ਵਾਰ ਦੇਖਿਆ ਹੋਵੇਗਾ। ਕਿਸਾਨੀ ਅੰਦੋਲਨ ਦੇ ਵਿੱਚ ਇੱਕ ਵੱਡਾ ਯੋਗਦਾਨ ਰਿਹਾ ਹੈ। ਤਾਂ ਇਹਨਾਂ ਦੇ ਨਾਲ ਅੱਜ ਆਪਾਂ ਚਰਚਾ ਕਰਾਂਗੇ ਜਿਹੜੀ ਫਸਲ ਦੀ ਨਾੜ ਨੂੰ ਅੱਗ ਲਗਾਈ ਜਾਂਦੀ ਆ ਉਸ ਬਾਰੇ। ਤਾਂ ਹਰਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਜੀ, ਦੇਖਿਆ ਵੀ ਜਾਵੇ ਤਾਂ ਜਿਹੜੀ ਜਦੋਂ ਕਿਸਾਨ ਆਪਣੀ ਫਸਲ ਵੱਢ ਲੈਂਦੇ ਨੇ ਤਾਂ ਜਿਹੜੀ ਰਹਿੰਦ ਖੂੰਹਦ ਰਹਿ ਜਾਂਦੀ ਆ, ਬਹੁਤ ਥਾਵਾਂ ਤੇ ਉਹਨੂੰ ਨਾੜ ਬੋਲਿਆ ਜਾਂਦਾ, ਉਹਨੂੰ ਅੱਗ ਲਗਾਈ ਜਾਂਦੀ ਆ। ਸਭ ਤੋਂ ਪਹਿਲਾਂ ਤਾਂ ਉਹ ਅੱਗ ਲਗਾਉਣ ਦੇ ਕਾਰਨ ਜਾਣਨੇ ਚਾਹਾਂਗੇ ਕਿ ਇਹ ਕਿਸਾਨ ਅੱਗ ਲਗਾਉਂਦੇ ਹੀ ਕਿਉਂ ਨੇ? ਦੇਖੋ, ਜਿਹੜੀ ਅੱਗ ਹੈ ਇਹ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਤਾਂ ਲੋਕਾਂ ਕੋਲ ਇੰਨੇ ਸਾਧਨ ਨਹੀਂ ਸੀ ਹੁੰਦੇ ਜੀ ਤੇ ਅੱਗ ਲਾਈ ਜਾਂਦੀ ਸੀ ਜੀ। ਬਟ ਹੁਣ ਅਸੀਂ ਜਿੰਨੀ ਕੁ ਵਰਲਡ ਦੇ ਵਿੱਚ ਨੌਲੇਜ ਹੋ ਚੁੱਕੀ ਹੈ, ਜਿੰਨਾ ਕੁ ਅਸੀਂ ਸਾਡੇ ਜਿਹੜੇ ਦਿਮਾਗ ਦੇ ਕਪਾਟ ਖੁੱਲ ਚੁੱਕੇ ਹੈ ਜੀ, ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਜਿਹੜਾ ਗੁਰੂਆਂ ਦਾ ਦਿੱਤਾ ਸਿਧਾਂਤ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਜੀ, ਇਹ ਉਸ ਸਿਧਾਂਤ ਦੀ ਉਲੰਘਣਾ ਜੇ ਅਗਰ ਅਸੀਂ ਅੱਗ ਲਾਉਂਦੇ ਹਾਂ ਜੀ। ਦੇਖੋ, ਅੱਜ ਸਾਡੇ ਕੋਲ ਬਹੁਤ ਤਰ੍ਹਾਂ ਦੇ ਸੰਦ, ਟਰੈਕਟਰ, ਬਹੁਤ ਸਾਰੀ ਮਸ਼ੀਨਰੀ ਆ ਚੁੱਕੀ ਹੈ ਕਿ ਅਸੀਂ ਇਸ ਨਾੜ ਨੂੰ ਧਰਤੀ ਦੇ ਵਿੱਚ ਹੀ ਗਾਲ ਸਕਦੇ ਹਾਂ। ਜਿਹਦੇ ਕਣਕ ਦਾ ਜਿਹੜਾ ਨਾੜ ਹੈ ਤਾਂ ਬੜੀ ਆਸਾਨੀ ਨਾਲ ਗਲ ਜਾਂਦਾ ਬਿਲਕੁਲ। ਬਟ ਅਸੀਂ ਇੱਕ ਸ਼ਾਰਟਕਟ ਤਰੀਕਾ ਅਪਣਾਉਂਦੇ ਆ ਕਿ ਤੀਲੀ ਲਾਈ ਤੇ ਨਾੜ ਖਤਮ ਜੀ। ਬਟ ਅਸੀਂ ਨਹੀਂ ਸੋਚਦੇ ਕਿ ਇਹਦੇ ਨਾਲ ਕਿੰਨੀਆਂ ਸਾਨੂੰ ਭਿਅੰਕਰ ਬਿਮਾਰੀਆਂ ਲੱਗਦੀਆਂ। ਦੇਖੋ, ਅਸਥਮਾ ਵਾਲੇ ਮਰੀਜ਼ ਨੇ, ਛੋਟੇ ਬੱਚੇ ਨੇ, ਅੱਜ ਹਰੇਕ ਘਰ ਦੇ ਵਿੱਚ ਲੋਕ ਬਿਮਾਰ ਨੇ। ਬਿਲਕੁਲ। ਫਿਰ ਧਰਤੀ ਦਾ ਸੀਨਾ ਸਾੜ ਦਿੰਦੇ ਆ, ਜਦ ਕਿ ਅਸੀਂ ਧਰਤ ਨੂੰ ਮਾਤਾ ਕਹਿੰਦੇ ਆ। ਕੋਈ ਉਸ ਗੱਲ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਕਿ ਅਸੀਂ ਗੁਰਦੁਆਰੇ ਮੰਦਿਰ 'ਚ ਜਾਈਏ ਜੇ ਅਗਰ ਅਸੀਂ ਉਹਨੂੰ ਅੱਗ ਲਾ ਕੇ ਪਸ਼ੂ ਪੰਛੀਆਂ ਨੂੰ ਸਾੜ ਦਿੰਦੇ। ਦੇਖੋ, ਉਹਦੇ ਵਿੱਚ ਕਿੰਨੇ ਹਜ਼ਾਰਾਂ ਤਰ੍ਹਾਂ ਦੇ ਜੀਵ ਨੇ ਜਿਹੜੇ ਉਸ ਸਾਡੇ ਸਵਾਰਥ ਦੇ ਪਿੱਛੇ ਉਹ ਸਵਾਹ ਹੋ ਜਾਂਦੇ ਨੇ। ਬਿਲਕੁਲ ਠੀਕ ਹੈ ਜੀ। ਕਿੰਨੀਆਂ ਜਨਰੇਸ਼ਨ ਨੇ ਪਸ਼ੂ ਪੰਛੀਆਂ ਦੀਆਂ ਜਿਹੜੀਆਂ ਅਸੀਂ ਅੱਗ ਲਾ ਕੇ ਤਬਾਹ ਕਰ ਚੁੱਕੇ ਹਾਂ ਜੀ। ਤੇ ਸਾਨੂੰ ਇਨਸਾਨ ਕਹਾਉਣ ਦਾ ਹੱਕ ਨਹੀਂ ਹੈ ਜੇ ਅਗਰ ਅਸੀਂ ਅੱਜ ਇਸ ਯੁੱਗ ਦੇ ਵਿੱਚ ਵੀ ਇਸ ਗੱਲ ਨੂੰ ਨਹੀਂ ਸਮਝ ਸਕੇ ਕਿ ਸਾਨੂੰ ਅੱਗ ਲਾਉਣੀ ਚਾਹੀਦੀ ਹੈ ਕਿ ਨਹੀਂ ਲਾਉਣੀ ਚਾਹੀਦੀ। ਇਹ ਸਵਾਲ ਨਹੀਂ ਹੈ ਕਿ ਅੱਗ ਲਾਉਣੀ ਚਾਹੀਦੀ ਕਿ ਨਹੀਂ ਲਾਉਣੀ ਚਾਹੀਦੀ, ਇਹ ਇੱਕ ਬੜਾ ਕਲੀਅਰ ਇਹਦਾ ਜਵਾਬ ਹੈ ਕਿ ਅੱਗ ਬਿਲਕੁਲ ਨਹੀਂ ਲਾਉਣੀ ਚਾਹੀਦੀ। ਬਿਲਕੁਲ ਹਾਂ, ਕਿਉਂਕਿ ਦੇਖਿਆ ਗਿਆ ਨੁਕਸਾਨ ਵੀ ਕਈ ਹੁੰਦੇ ਦੇਖੇ ਗਏ ਨੇ। ਤੁਹਾਡੇ ਯਾਦ ਹੋਣਾ ਪਿੱਛੇ ਜੇ ਵੀ ਕਈ ਹਾਦਸੇ ਨੇ ਅੱਗ ਦੇ ਕਾਰਨ ਵਾਪਰੇ ਸੀ। ਪਰ ਇਸ ਦਾ ਹੱਲ ਕੀ ਆ? ਕਿਉਂਕਿ ਜਿਹੜੇ ਕਿਸਾਨ ਨੇ, ਖਾਸ ਕਰਕੇ ਜੇ ਆਪਾਂ ਥੋੜਾ ਜਿਹਾ ਪੇਂਡੂ ਪੱਧਰ ਤੇ ਜਾਈਏ, ਇਹ ਤਾਂ ਬਹੁਤ ਸਾਰੇ ਪਿੰਡਾਂ ਦੇ ਕਿਸਾਨ ਹਜੇ ਵੀ ਅਜਿਹੇ
ਰਹੇ ਨੇ ਜਿਨ੍ਹਾਂ ਨੂੰ ਹਲੇ ਤੱਕ ਹੱਲ ਨਹੀਂ ਮਿਲਿਆ ਕਿ ਇਹਦਾ ਹੱਲ ਕੀ ਆ, ਕਿਸ ਢੰਗ ਦੇ ਨਾਲ ਅਸੀਂ ਜਿਹੜੀ ਉਸ ਨਾੜ ਦੀ ਰਹਿੰਦ ਖੂੰਹਦ ਆ ਜਿਹੜੀ ਉਸ ਦਾ ਸਫਾਇਆ ਕਰ ਸਕਦੇ ਹਾਂ। ਦੇਖੋ, ਜਦੋਂ ਸਾਡੀ ਆਤਮਾ ਕੋਈ ਬੋਝ ਨਹੀਂ ਚੱਲ ਸਕਦੀ ਹੁੰਦੀ ਜੀ ਤਾਂ ਅਸੀਂ ਇੱਕ ਬਹਾਨਾ ਬਣਾਉਂਦੇ ਹਾਂ ਜੀ। ਦੇਖੋ, ਸਾਡੇ ਕੋਲ ਸੰਦ ਨਹੀਂਗੇ, ਅਸੀਂ ਗਰੀਬ ਹੈ, ਸਾਡੇ ਕੋਲ ਜ਼ਮੀਨ ਥੋੜੀ ਹੈ, ਇਹ ਨਾੜ ਵਿੱਚ ਗਲਦਾ ਨਹੀਂ। ਇਦਾਂ ਦੇ ਬਹੁਤ ਸਾਰੇ ਲੋਕ ਜਵਾਬ ਦਿੰਦੇ ਨੇ ਕਿ ਅਸੀਂ ਅੱਗ ਇਸ ਕਰਕੇ ਲਾਉਣੀ ਜੀ। ਬਟ ਸਾਡੇ ਕੋਲ ਸੁਸਾਇਟੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਸਾਡੀ ਗਵਰਨਮੈਂਟ ਨੇ ਬਹੁਤ ਸਾਰੇ ਸੰਦ ਟਰੈਕਟਰ ਦਿੱਤੇ ਹੋਏ ਨੇ, ਅਸੀਂ ਉਹ ਲੈ ਸਕਦੇ ਹਾਂ ਜੀ। ਅਸੀਂ ਆਪਣੇ ਲਈ ਬਿਮਾਰੀ ਲਈ, ਆਪਣੇ ਹਾਰਟ ਦੇ ਆਪਰੇਸ਼ਨ ਲਈ ਜੀ ਲੱਖਾਂ ਰੁਪਈਆ ਹਸਪੀਟਲ 'ਚ ਦੇ ਸਕਦੇ। ਬਿਲਕੁਲ। ਬਟ ਅਸੀਂ 1-2 ਕਿੱਲੇ ਕੋਲ, ਮੇਰੇ ਕੋਲ ਜ਼ਮੀਨ ਹੈ, ਮੇਰੇ ਕੋਲ ਕੋਈ ਟਰੈਕਟਰ ਨਹੀਂ, ਮੇਰੇ ਕੋਲ ਕੋਈ ਉਹਦੇ ਲਈ ਸਾੜਨ ਲਈ ਸਾਜੋ ਸਮਾਨ ਨਹੀਂ ਜੀ, ਤਾਂ ਮੈਂ ਸਮਝਦਾ ਕਿ ਬੜੀ ਸਾਡੇ ਵਾਸਤੇ ਮੰਦਭਾਗਾ ਇੱਕ ਜਵਾਬ ਹੈ ਕਿ ਅਸੀਂ ਜੀ ਇਹਨਾਂ ਕਾਰਨਾਂ ਕਰਕੇ ਅੱਗ ਲਾ ਦਿੱਤੀ ਹੈ ਜੀ। ਅਸੀਂ ਆਪਣੀਆਂ ਜਿਹੜੀਆਂ ਹੈਗੀਆਂ ਨੇ ਸਾਰੇ ਰਾਈਟ ਸਮਝਦੇ ਹਾਂ ਕਿ ਸਾਨੂੰ ਇਹ ਹੱਕ ਮਿਲਣੇ ਚਾਹੀਦੇ, ਬਟ ਅਸੀਂ ਉਹਦੀਆਂ ਜ਼ਿੰਮੇਵਾਰੀਆਂ ਤੋਂ ਹਮੇਸ਼ਾ ਭੱਜਦੇ ਹਾਂ ਜੀ। ਇਸ ਕਰਕੇ ਦੇਖੋ, ਕੱਲਾ ਬੰਦਾ ਜਿਹੜਾ ਅੱਗ ਲਾਉਂਦਾ ਉਹ ਘਰ ਜਾ ਕੇ ਸੌਂ ਜਾਂਦਾ ਜੀ, ਬਟ ਉਹ ਅੱਗ ਲਾਉਣ ਨਾਲ ਉਹ ਆਪਦੇ ਗਾਂ ਬੱਚਿਆਂ ਦਾ, ਆਲੇ ਦੁਆਲੇ ਦਾ, ਵਾਤਾਵਰਨ ਦਾ ਨੁਕਸਾਨ ਕਰ ਰਿਹਾ, ਜਿਹਦਾ ਅਸੀਂ ਅੱਜ ਜਿਹੜਾ ਨੁਕਸਾਨ ਭੁਗਤ ਰਹੇ ਹਾਂ ਕਿ ਸਾਡੇ ਘਰਾਂ ਦੇ ਵਿੱਚ ਅਪਾਹਿਜ ਬੱਚੇ ਪੈਦਾ ਹੋ ਰਹੇ ਆ, ਸਾਨੂੰ ਕੈਂਸਰ ਹੋ ਰਿਹਾ, ਦਮੇ ਦੀ ਬਿਮਾਰੀ ਹੋ ਰਹੀ ਹੈ, ਹਜ਼ਾਰਾਂ ਬਿਮਾਰੀਆਂ ਨੇ ਜਿਹੜੀਆਂ ਅੱਜ ਸਾਡੇ ਘਰਾਂ ਦੇ ਵਿੱਚ ਆ ਚੁੱਕੀਆਂ ਨੇ। ਉਹਦੇ ਪਿੱਛੇ ਕਾਰਨ ਇਨਸਾਨ ਹੈ ਜੀ। ਚਾਹੇ ਉਹ ਖਾਦਾਂ ਸਪਰੇਆਂ ਅਸੀਂ ਬਹੁਤ ਯੂਜ਼ ਕਰਦੇ ਹਾਂ, ਬਿਲਕੁਲ ਅੱਗ ਅਸੀਂ ਲਾ ਰਹੇ ਹਾਂ ਕਿਉਂਕਿ ਹੁਣ ਸੀਜ਼ਨ, ਆਪਾਂ ਤਾਂ ਇਸ ਮੁੱਦੇ ਤੇ ਗੱਲ ਕਰ ਰਹੇ ਹਾਂ ਜੀ। ਬਟ ਇਹ ਬੜੀ ਗੱਲ ਸਪਸ਼ਟ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਅਸੀਂ ਅਗਰ ਅੱਜ ਇਸ ਗੱਲ ਤੋਂ ਬਾਜ਼ ਨਾ ਆਏ, ਆਉਣ ਵਾਲੇ ਵਕਤ ਦੇ ਵਿੱਚ ਜਿਹੜੀਆਂ ਸਾਨੂੰ ਇਹਦੇ ਨਤੀਜੇ ਭੁਗਤਣੇ ਪੈਣਗੇ ਤੇ ਅਸੀਂ ਭੁਗਤ ਵੀ ਰਹੇ ਜੀ। ਜੀ ਬਿਲਕੁਲ ਬਿਲਕੁਲ। ਤਾਂ ਜਿਵੇਂ ਤੁਹਾਨੂੰ ਵੀ ਪਤਾ, ਕਿਉਂਕਿ ਨੁਕਸਾਨ ਬੜੇ ਹੋਏ ਨੇ ਸਰੀਰਕ ਤੌਰ ਤੇ ਲਾ ਲਓ ਜਾਂ ਮਾਨਸਿਕ ਤੌਰ ਤੇ ਲਾ ਲਓ ਜਾਂ ਫਿਰ ਜ਼ਮੀਨੀ ਪੱਧਰ ਤੇ ਅੱਗ ਜਿਹੜੀ ਲਗਾਈ ਜਾਂਦੀ ਆ ਨਾੜ ਨੂੰ, ਉਸਦੇ ਨੁਕਸਾਨ ਜ਼ਰੂਰ ਹੁੰਦੇ ਨੇ। ਤੁਸੀਂ ਆਪਣੀ ਰਾਏ ਵੀ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਸਾਂਝੀ ਕਰ ਸਕਦੇ ਹੋ। ਪਰ ਹਰਪ੍ਰੀਤ ਜੀ, ਦੇਖਿਆ ਜਾਵੇ ਖਾਸ ਕਰਕੇ ਛੋਟੇ ਕਿਸਾਨ, ਕਿਉਂਕਿ ਪਹਿਲਾਂ ਇਹ ਵੀ ਇੱਕ ਰਿਜ਼ਲਟ ਕੱਢਿਆ ਗਿਆ ਸੀ ਕਿ ਇਹ ਜਿਹੜੀ ਨਾੜ ਆ ਉਸ ਨੂੰ ਸਾੜਨ ਦੇ ਲਈ ਰੂਟਾਵੀਟਰ ਦੇ ਨਾਲ ਵਿੱਚ ਹੀ ਵਾਹ ਦਿੱਤੀ ਜਾਵੇ ਤੇ ਅਗਲੀ ਫਸਲ ਉਹਦੇ ਵਿੱਚ ਹੀ ਬੀਜ ਲਈ ਜਾਵੇ। ਤਾਂ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਉਹ ਫਸਲ ਜਿਹੜੀ ਅਗਲੀ ਫਸਲ ਆਪਾਂ ਬੀਜਣੀ ਹੁੰਦੀ ਆ, ਉਹ ਫਸਲ ਦੀ ਉਸ ਹਿਸਾਬ ਦੇ ਨਾਲ ਫਿਰ ਫਸਲ ਨਹੀਂ ਨਿਕਲਦੀ ਆ, ਫਸਲ ਦੇ ਜਿਹੜੀ ਮਾਰਜਨ ਆ ਉਹਦੇ ਵਿੱਚ ਗਿਰਾਵਟ ਆਉਂਦੀ ਆ। ਨਹੀਂ, ਕੋਈ ਇਦਾਂ ਦੀ ਗੱਲ ਨਹੀਂ ਹੈ। ਦੇਖੋ, ਇਹ ਇੱਕ ਉੱਦਾਂ ਇੱਕ ਗੱਲ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸਾਨੂੰ। ਦੇਖੋ, ਇੱਕ ਜੰਗਲ ਹੈ ਜੀ, ਜੰਗਲ ਦੇ ਵਿੱਚ ਇੱਕ ਪੇੜ ਪੌਦੇ ਉੱਗਦੇ ਆ ਤੇ ਉਹਦੇ ਪੱਤੇ ਥੱਲੇ ਡਿੱਗਦੇ ਆ, ਉਹਦੀ ਖਾਦ ਬਣਦੀ ਹੈ, ਫਿਰ ਉਹਦੇ 'ਚ ਉਹੀ ਪੇੜ ਪੌਦਿਆਂ ਨੂੰ ਖੁਰਾਕ ਮਿਲਦੀ ਹੈ ਤੇ ਉਹ ਪੇੜ ਪੌਦੇ ਹਰੇ ਭਰੇ ਰਹਿੰਦੇ ਜੀ। ਉੱਥੇ ਨਾ ਤਾਂ ਸਾਨੂੰ ਸਪਰੇਅ ਦੀ ਲੋੜ ਪੈਂਦੀ ਹੈ, ਨਾ ਸਾਨੂੰ ਖਾਦ ਦੀ ਲੋੜ ਪੈਂਦੀ ਜੀ। ਉੱਦਾਂ ਹੀ ਸਾਡੀ ਇਹ ਕਿਸਾਨਾਂ ਦੀ ਧਰਤੀ ਆ, ਅਗਰ ਅਸੀਂ ਜਿਹੜੀ ਇਹਦੀ ਰਹਿੰਦ ਖੂੰਹਦ ਹੈ ਜੀ, ਉਹ ਅਗਰ ਅਸੀਂ ਵਿੱਚ ਰਹਿਣ ਦਿੰਦੇ ਹਾਂ ਤਾਂ ਸਾਨੂੰ ਨਾ ਤਾਂ ਸਪਰੇਆਂ ਖਾਦਾਂ ਦੀ ਜ਼ਿਆਦਾ ਲੋੜ ਪਏਗੀ। ਜਿਹੜੀ ਤੁਸੀਂ ਗਲਣ ਦੀ ਗੱਲ ਕੀਤੀ ਹੈ, ਧਰਤੀ ਇੱਕ ਐਸੀ ਚੀਜ਼ ਹੈ ਜਿਹਦੇ ਵਿੱਚ ਪੱਥਰ ਗਲ ਕੇ ਮਿੱਟੀ ਹੋ ਜਾਂਦੇ, ਬਿਲਕੁਲ। ਤੇ ਜਿਹੜਾ ਇਹ ਆਪਾਂ ਕਹਿੰਦੇ ਆ ਨਾੜ ਹੈ, ਇਹ ਤਾਂ ਇੱਕ ਬਹੁਤ ਛੋਟੀ ਚੀਜ਼ ਹੈ ਜੀ। ਸੋ ਅੱਗੇ ਆਪਾਂ ਦੇਖਿਆ ਕਿ ਥੋੜੇ ਦਿਨ ਪਹਿਲਾਂ ਇੱਕ ਬੱਚਿਆਂ ਦੀ ਵੈਨ ਅੱਗ ਦੀ ਚਪੇਟ 'ਚ ਆਈ ਜੀ। ਹੋਰ ਬਹੁਤ ਸਾਰੇ ਐਕਸੀਡੈਂਟ ਆਪਾਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖੇ ਜੀ। ਸੋ ਸਾਨੂੰ ਆਪਣੀ ਜ਼ਿੰਮੇਵਾਰੀ ਸਮਝਣ ਦੀ ਲੋੜ ਹੈ ਕਿਉਂਕਿ ਅਸੀਂ ਆਲਰੇਡੀ ਨੁਕਸਾਨ ਬਹੁਤ ਕਰ ਚੁੱਕੇ ਹਾਂ। ਸਾਡਾ ਪਾਣੀ ਦਾ ਪੱਧਰ ਕਿੰਨਾ ਨੀਵਾਂ ਹੋ ਚੁੱਕਾ ਹੈ, ਅਸੀਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਛੱਡਿਆ ਕੱਖ ਨਹੀਂ ਜੀ। ਇਹ ਸਾਨੂੰ ਹੁਣ ਸਾਡੇ ਕੋਲ ਗੁੰਜਾਇਸ਼ ਨਹੀਂ, ਅਸੀਂ ਕਿਸੇ ਵੀ ਮੁੱਦੇ ਜਾਂ ਕਿਸੇ ਵੀ ਚੀਜ਼ ਨੂੰ, ਇਸ ਮੁੱਦੇ ਨੂੰ ਥੋੜਾ ਵੀ ਲਾਈਟਲੀ ਲਈਏ, ਇਹ ਸਾਡੇ ਕੋਲ ਇੰਨਾ ਸਮਾਂ ਨਹੀਂ ਰਹਿ ਗਿਆ। ਇਸ ਕਰਕੇ ਸਾਨੂੰ ਜਿਹੜੀਆਂ ਨੇ ਉਹ ਗੱਲਾਂ ਤੋਂ ਬਾਜ਼ ਆਉਣਾ ਚਾਹੀਦਾ ਹੈ ਕਿ ਇਹਦਾ ਜੀ ਸਾਡੇ ਕੋਲ ਸੰਦ ਨਹੀਂ ਗਏ ਜਾਂ ਅਸੀਂ ਕਰ ਨਹੀਂ ਪਾਉਂਦੇ ਜੀ, ਜਾਂ ਇਹ ਨਾੜ ਗਲਦਾ ਨਹੀਂ। ਉਹ ਸਭ ਜਿਹੜੀਆਂ ਗੱਲਾਂ ਜਿਹੜੀਆਂ ਨੇ ਮੈਂ ਤੁਹਾਨੂੰ ਖੋਲ ਚੁੱਕਾ ਕਿ ਇਹ ਜਿਹੜਾ ਨਾੜ ਹੈ ਇਹ ਬਿਲਕੁਲ ਗਲ ਜਾਂਦਾ। ਹੋਰ ਮਸ਼ੀਨੀ ਬਹੁਤ ਆ ਚੁੱਕੇ, ਜਿਹੜੀਆਂ ਝੋਨੇ ਦੀ ਫਸਲ ਹੈਗੀ ਆ ਉਹਦੀਆਂ ਤੁਸੀਂ ਦੇਖਿਆ ਗੱਠਾਂ ਬਣਦੀਆਂ ਜਿਹਦੇ ਤੋਂ ਬਿਜਲੀ ਬਣਾਈ ਜਾਂਦੀ ਹੈ, ਉਹਦਾ ਉਹ ਹੱਲ ਹੈਗਾ। ਦੂਸਰਾ ਹੈਪੀ ਸੀਡਰ ਹੈਗਾ। ਤੇ ਜੇ ਅੱਜ ਦੀ ਗੱਲ ਕਰੀਏ ਕਣਕ ਦਾ ਨਾੜ ਬੜੀ ਆਸਾਨੀ ਨਾਲ ਜਿਹੜਾ ਹੈਗਾ ਪਾਣੀ ਦੇ ਵਿੱਚ ਜਿਹੜਾ ਹੈਗਾ ਉਹ ਆਸਾਨੀ ਨਾਲ ਵਿੱਚ ਉਹਦੇ ਮਿੱਟੀ ਨਾਲ ਮਿੱਟੀ ਹੋ ਜਾਂਦੀ ਜੀ ਜੀ। ਤਾਂ ਦੇਖਿਆ ਵੀ ਜਾਵੇ ਕਿਉਂਕਿ ਹਰਪ੍ਰੀਤ ਸਿੰਘ ਜੀ ਹੋਰਾਂ ਨੂੰ ਇੱਥੇ ਬਿਠਾਉਣ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਖੁਦ ਵੀ ਇਹ ਕਿਸਾਨੀ ਦੇ ਨਾਲ ਜਿਹੜਾ ਜੁੜੇ ਹੋਏ ਨੇ, ਇਹਨਾਂ ਦਾ ਖੁਦ ਦਾ ਇੱਕ ਤਜਰਬਾ ਵੀ ਆ। ਕਿਉਂਕਿ ਹਰਪ੍ਰੀਤ ਜੀ ਉਹਨਾਂ ਸਮਾਂ ਕੋਈ ਵੀ ਵਿਅਕਤੀ ਕਿਸੇ ਚੀਜ਼ ਨੂੰ ਬਿਆਨ ਨਹੀਂ ਖੁੱਲ ਕੇ ਕਰ ਪਾਉਂਦਾ ਜਿੰਨਾ ਸਮਾਂ ਉਹਨੇ ਖੁਦ ਪ੍ਰੈਕਟੀਕਲੀ ਨਹੀਂ ਕੀਤਾ ਹੋਵੇ। ਤਾਂ ਹੁਣ ਮੇਰਾ ਸਵਾਲ ਥੋੜਾ ਜਿਹਾ ਹਟ ਕੇ ਆ ਕਿ ਜਿਹੜਾ ਮਾਨ ਸਰਕਾਰ ਦੇ ਵੱਲੋਂ ਪਿਛਲੇ ਦਿਨੀ ਐਲਾਨ ਕੀਤਾ ਗਿਆ ਸੀ ਇਹ ਜਿਹੜਾ ਸਿੱਧੀ ਬਜਾਈ ਨੂੰ ਲੈ ਕੇ, ਤੁਹਾਨੂੰ ਕੀ ਲੱਗਦਾ ਕਿ ਉਸ ਐਲਾਨ ਦੇ ਨਾਲ ਕਿਸਾਨਾਂ ਤੇ ਕੋਈ ਅਸਰ ਦਿਖੂਗਾ? ਨਹੀਂ, ਬਿਲਕੁਲ ਦਿਖੂਗਾ ਜੀ, ਕਿਉਂਕਿ ਇਹ ਸਰਕਾਰਾਂ ਜਿਹੜੀਆਂ ਨੇ ਉਹ ਦੇਖੋ ਉਹਨਾਂ ਕੋਲ ਇੱਕ ਸੋਰਸਿਸ ਹੁੰਦੇ ਨੇ, ਉਹਨਾਂ ਕੋਲ ਬਹੁਤ ਵੱਡਾ ਇਨਫਰਾਸਟ੍ਰਕਚਰ ਹੈ, ਉਹਨਾਂ ਕੋਲ ਪੈਸਾ ਜੀ। ਇੱਕ ਗਰੀਬ ਕਿਸਾਨ ਹੈ, ਉਹਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ ਕਿ ਉਹ ਕਿਤੇ ਨਾ ਕਿਤੇ ਕਈ ਗੱਲਾਂ ਤੇ ਮਜਬੂਰ ਹੁੰਦਾ ਹੈ, ਬਿਲਕੁਲ। ਬਟ ਜੇਕਰ ਸਾਨੂੰ ਸਾਡੀ ਸਰਕਾਰ ਸਪੋਰਟ ਕਰੇ ਜੀ ਤਾਂ ਫਿਰ ਇਹ ਬੜੀ ਆਸਾਨੀ ਨਾਲ ਜਿਹੜਾ ਹੈਗਾ ਅਸੀਂ ਪਾਣੀ ਨੂੰ ਬਚਾ ਸਕਦੇ ਹਾਂ।
ਖਾਦਾਂ ਸਪਰੇਆਂ ਤੇ ਕੰਟਰੋਲ ਹੋ ਸਕਦਾ। ਜਿਹੜੀ ਅੱਗ ਦੀ ਗੱਲ ਆਪਾਂ ਕਰ ਰਹੇ ਹਾਂ, ਇਹਨੂੰ ਵੀ ਬੜਾ ਆਸਾਨੀ ਨਾਲ ਅਸੀਂ ਜਿਹੜਾ ਹੈਗਾ ਕਿ ਬਹੁਤ ਹੱਦ ਤੱਕ ਹੀ ਮੈਂ ਕਹਿੰਦਾ 100% ਤੱਕ ਅਸੀਂ ਇਹਨੂੰ ਜਿਹੜਾ ਹੈਗਾ ਕੰਟਰੋਲ ਕਰ ਸਕਦੇ ਹਾਂ। ਬਟ ਸਰਕਾਰਾਂ ਨੂੰ ਵੀ ਇਸ ਮੁੱਦੇ ਤੇ ਗੰਭੀਰ ਹੋਣਾ ਪਏਗਾ, ਕਿਉਂਕਿ ਸਰਕਾਰਾਂ ਸਿਰਫ ਤੋਂ ਸਿਰਫ ਵੋਟਾਂ ਦੀ ਰਾਜਨੀਤੀ ਕਰਦੀਆਂ। ਬਿਲਕੁਲ ਉਹ ਇਹ ਨਹੀਂ ਸੋਚਦੀਆਂ ਕਿ ਕਿਸਾਨ ਸਾਡੇ ਕੋਲ ਸੋਚਦੀਆਂ ਕਿ ਨਾਰਾਜ਼ ਹੋ ਜਾਏਗਾ। ਬਟ ਅਗਰ ਜੇ ਇਨਸਾਨਾਂ ਦੀਆਂ ਹਤੈਸ਼ੀ ਹੈਗੀਆਂ ਤਾਂ ਕਿਸਾਨ ਹਤੈਸ਼ੀ ਸਾਡੀਆਂ ਸਰਕਾਰਾਂ ਹੈਗੀਆਂ, ਉਹਨਾਂ ਨੂੰ ਇੱਦਾਂ ਦੀ ਇਨੀਸ਼ੀਏਟਿਵ ਲੈਣੀ ਚਾਹੀਦੀ ਨੇ। ਮੈਂ ਉਸ ਗੱਲ ਦਾ ਬਿਲਕੁਲ ਸਵਾਗਤ ਕਰਦਾ ਕਿ ਉਹਨਾਂ ਨੇ ਮੱਕੀ ਤੇ ਮੂੰਗੀ ਤੇ ਇਹਨਾਂ ਚੀਜ਼ਾਂ ਤੇ ਵੀ MSP ਦਿੱਤੀ ਹੈ, ਤੇ ਉਹਦੇ ਨਾਲ ਬਿਲਕੁਲ ਪੋਜ਼ਿਟਿਵ ਰਿਜ਼ਲਟ ਆਉਣਗੇ ਜੀ, ਤੇ ਇਹ ਬਹੁਤ ਚੰਗੀ ਗੱਲ ਹੈ। ਮੈਂ ਉਸ ਗੱਲ ਦਾ ਸਵਾਗਤ ਬਿਲਕੁਲ ਦੇਖਿਆ ਵੀ ਜਾਵੇ, ਕਿਉਂਕਿ ਖਾਸ ਕਰਕੇ ਝੋਨੇ ਦੀ ਫਸਲ ਲਗਾਤਾਰ ਪਿਛਲੇ ਸਮਿਆਂ 'ਚ 20 ਸਵਾਲਾਂ ਦੇ ਘੇਰੇ ਦੇ ਵਿੱਚ ਕਿਤੇ ਨਾ ਕਿਤੇ ਰਹੀ ਹੈ, ਕਿਉਂਕਿ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਹਰਪ੍ਰੀਤ ਜੀ, ਆਪਣੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਹੁੰਦਾ ਜਾ ਰਿਹਾ। ਪੰਜਾਬ ਦੇ ਕਿਸਾਨ ਕਿਤੇ ਨਾ ਕਿਤੇ ਇਹ ਲਗਾਤਾਰ ਆਵਾਜ਼ ਚੁੱਕਦੇ ਰਹੇ ਨੇ। ਤੁਸੀਂ ਲਗਾਤਾਰ ਕਿਸਾਨਾਂ ਦੇ ਵਿੱਚ ਵਿਚਰਦੇ ਰਹੇ ਹੋ, ਖੁਦ ਕਿਸਾਨੀ ਨਾਲ ਜੁੜੇ ਹੋਏ ਹੋ ਕਿ ਭਾਈ ਅਸੀਂ ਫਸਲ ਤਾਂ ਹੋਰ ਲਾ ਲਈਏ, ਪਰ ਸਾਡੇ ਕੋਲ ਆਪਸ਼ਨ ਕੋਈ ਨਹੀਂ ਆ, ਕਿਉਂਕਿ ਸਾਨੂੰ ਸਾਡੀ ਮਿਹਨਤ ਦਾ ਮੁੱਲ, ਹਾਲਾਂਕਿ ਉਹ ਪ੍ਰੋਪਰ ਮੁੱਲ ਕਿਸਾਨਾਂ ਨੂੰ ਅੱਜ ਤੱਕ ਨਹੀਂ ਮਿਲਿਆ, ਨਾ ਕਣਕ ਦਾ ਮਿਲਿਆ ਨਾ ਝੋਨੇ ਦਾ, ਪਰ ਇਹ ਮੰਗ ਰਹੀ ਆ ਕਿ ਕਿਤੇ ਨਾ ਕਿਤੇ ਜੇ ਕੋਈ ਸਾਨੂੰ ਆਪਸ਼ਨ ਦੇ ਦਿੱਤੀ ਜਾਵੇ ਫਿਰ ਸਾਨੂੰ ਪ੍ਰੋਪਰ ਮੁੱਲ ਮਿਲ ਸਕਦਾ, ਤੇ ਨਹੀਂ ਸਾਡੀ ਮਿਹਨਤ ਦਾ ਸਾਨੂੰ ਮੁੱਲ ਨਹੀਂ ਮਿਲਦਾ। ਕੀ ਲੱਗਦਾ ਕਿ ਹੁਣ ਜਿਹੜਾ ਕਈ ਹੋਰ ਫਸਲਾਂ ਤੇ MSP ਸਰਕਾਰ ਦੇ ਵੱਲੋਂ ਦਿੱਤੀ ਗਈ ਆ, ਇਸ ਦੇ ਨਾਲ ਕਿਤੇ ਨਾ ਕਿਤੇ ਜਿਹੜਾ ਝੋਨਾ ਲਗਾਤਾਰ ਪੰਜਾਬ ਦੇ ਵਿੱਚ ਬਹੁਤ ਲੱਗਦਾਗਾ, ਉਸ ਝੋਨੇ ਤੋਂ ਬਾਅਦ ਲੋਕ ਕਿਸੇ ਹੋਰ ਫਸਲ ਦਾ ਰੁਖ ਕਰ ਸਕਦੇ ਨੇ? ਜੀ ਬਿਲਕੁਲ ਕਰਨਗੇ ਜੀ, ਕਿਉਂਕਿ ਜਿਹੜੀ ਝੋਨੇ ਦੀ ਫਸਲ ਹੈ ਉਹ ਸਾਡੀ ਰਿਵਾਇਤੀ ਫਸਲ ਨਹੀਂ ਹੈ ਜੀ, ਇਹ ਸਾਡੇ ਤੇ ਧੱਕੇ ਨਾਲ ਥੋਪੀ ਗਈ ਹੈ। ਜਦੋਂ ਸਾਡੇ ਦੇਸ਼ ਦੇ ਵਿੱਚ ਅਨਾਜ ਦੀ ਕਮੀ ਸੀ ਜੀ, ਬਾਕੀ ਸਟੇਟਾਂ ਦੇ ਵਿੱਚ ਨਾ ਤਾਂ ਝੋਨਾ ਹੁੰਦਾ ਸੀ ਨਾ ਕਣਕ ਹੁੰਦੀ ਸੀ, ਉਦੋਂ ਸਾਡੇ ਕਿਸਾਨਾਂ ਨੂੰ ਇੱਕ ਟੈਂਪਰੇਰੀ ਤੌਰ ਤੇ ਫਸਲਾਂ ਬੀਜਣ ਲਈ ਕਿਹਾ ਗਿਆ ਸੀ। ਬਟ ਜਿਹੜੀ ਸਾਡੀ ਰਵਾਇਤੀ ਫਸਲਾਂ ਹੈ ਉਹ ਦੂਜੀਆਂ ਫਸਲਾਂ ਹੀ ਨੇ, ਮੱਕੀ ਹੈ, ਬਾਜਰਾ ਹੈ ਜਾਂ ਆਪਣੇ ਕਣਕ ਹੈ, ਇਹ ਸਾਡੀਆਂ ਰਵਾਇਤੀ ਫਸਲਾਂ ਸੀਗੀਆਂ। ਬਟ ਝੋਨਾ ਸਾਡਾ ਕਦੇ ਵੀ ਰਵਾਇਤੀ ਫਸਲ ਨਹੀਂ ਸੀ ਜੀ। ਇਹ ਸਾਨੂੰ ਜਿਹੜਾ ਹੈਗਾ ਇਹ ਤਾਮਿਲਨਾਡੂ ਜਾਂ ਦੂਸਰੀਆਂ ਸਾਊਥ ਵੱਲ ਜਿਹੜਾ ਹੈਗਾ ਜਿੱਥੇ ਬਹੁਤ ਮੀਂਹ ਪੈਂਦੇ ਆ ਜੀ, ਇਹ ਉਧਰ ਦੀ ਫਸਲ ਹੈ। ਸਾਨੂੰ ਇਹ ਜਿਹੜੀ ਹੈਗੀ ਆ ਫਸਲ ਸਰਕਾਰ ਨੂੰ ਚਾਹੀਦਾ ਉਹ ਕਿਸੇ ਨਾ ਕਿਸੇ ਤਰੀਕੇ ਝੋਨੇ ਤੋਂ ਬਦਲਾ ਕੇ ਸਾਡੇ ਕਿਸਾਨਾਂ ਨੂੰ ਡਾਇਵਰਟ ਕਰਨਾ ਚਾਹੀਦਾ ਜੀ, ਤੇ ਉਹਨਾਂ ਦੇ ਇੱਕ ਐਪਰੋਪ੍ਰੀਏਟ ਜਿਹੜੇ ਹੈਗੇ ਆ ਉਹਦੀ ਫਿਕਸ ਉਹਨਾਂ ਨੂੰ ਅਮਾਊਂਟ ਮਿਲਣੀ ਚਾਹੀਦੀ ਹੈ MSP, ਤਾਂ ਜੋ ਜਿਹੜੀ ਹੈਗੀ ਸਾਡੇ ਪੰਜਾਬ ਦਾ ਪਾਣੀ ਬਚਾਇਆ ਜਾ ਸਕੇ। ਅਗਰ ਪਾਣੀ ਬਚ ਗਿਆ ਤਾਂ ਸਮਝ ਲਓ ਸਾਡੇ ਜਿਹੜਾ ਪੰਜਾਬ ਹੈ ਉਹ ਹਮੇਸ਼ਾ ਹੀ ਖੁਸ਼ਹਾਲ ਰਹੂਗਾ, ਤੇ ਜੇ ਪਾਣੀ ਨਹੀਂ ਹੈ ਤਾਂ ਫਿਰ ਜ਼ਿੰਦਗੀ ਨਹੀਂ। ਬਿਲਕੁਲ ਦੇਖਿਆ ਵੀ ਜਾਵੇ ਤਾਂ ਪਾਣੀ ਦਾ ਪੱਧਰ ਨੀਵਾਂ ਹੋ ਰਿਹਾ, ਜਿਹੜਾ ਵਾਤਾਵਰਨ ਆ ਉਹ ਦੂਸ਼ਿਤ ਲਗਾਤਾਰ ਹੋ ਰਿਹਾ। ਮੁੜ ਤੋਂ ਆਪਾਂ ਜਿਹੜੀ ਪਰਾਲੀ ਦੀ ਨਾੜ ਆ ਗਈ ਉਸ ਤੇ ਹੀ ਆਉਣੇ ਆ, ਤਾਂ ਉਸ ਨੂੰ ਲੈ ਕੇ ਜਾਂਦੇ ਜਾਂਦੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਸੁਝਾਅ ਦੇਣਾ ਚਾਹੋਗੇ? ਕਿਉਂਕਿ ਮੁੱਦੇ ਹਰਪ੍ਰੀਤ ਜੀ ਬਹੁਤ ਗੰਭੀਰ ਬਣਦੇ ਜਾ ਰਹੇ ਨੇ। ਪੰਜਾਬ ਦੇ ਹਾਲਾਤ ਅੱਜ ਕੀ ਨੇ ਇਹ ਸਭ ਦੇ ਸਾਹਮਣੇ ਨੇ ਬੇਸ਼ੱਕ, ਕਿਉਂਕਿ ਨਾਰਮਲ ਬੰਦਾ ਜਦੋਂ ਆਪਸ ਦੇ ਵਿੱਚ ਕੋਈ ਗੱਲ ਕਰਦਾਗਾ ਤਾਂ ਇਹ ਲੱਗਦਾ ਹੁੰਦਾ ਕਿ ਇਹ ਅਸੀਂ ਕਿਉਂ ਇਹ ਲਾਗੂ ਕਰੀਏ, ਦੂਜੀ ਪੂਰਾ ਪੰਜਾਬ ਬੈਠਾ, ਪੂਰੀ ਦੁਨੀਆ ਬੈਠੀ ਆ। ਪਰ ਅੱਜ ਦੇ ਟਾਈਮ ਦੇ ਵਿੱਚ ਖਾਸ ਕਰਕੇ ਇਹ ਜਿਹੜੀ ਅੱਗ ਲਗਾਈ ਜਾਂਦੀ ਆ ਨਾੜ ਨੂੰ, ਇਹਨੂੰ ਲੈ ਕੇ ਜਾਂ ਫਿਰ ਪਾਣੀ ਦੇ ਪੱਧਰ ਨੂੰ ਬਚਾਉਣ ਦੇ ਲਈ ਹਰ ਇੱਕ ਬੰਦੇ ਨੂੰ ਕਿਤੇ ਨਾ ਕਿਤੇ ਆਪਣੇ ਵੱਲੋਂ ਉਪਰਾਲਾ ਕਰਨਾ ਪਊਗਾ। ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਸੁਝਾਅ ਦੇਣਾ ਚਾਹੁੰਦੇ ਹੋ? ਦੇਖੋ, ਮੈਂ ਤਾਂ ਇਹੀ ਸਾਰੇ ਦੇਸ਼ ਵਾਸੀਆਂ ਨੂੰ, ਖਾਸ ਕਰਕੇ ਪੰਜਾਬ ਵਾਸੀਆਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਅਸੀਂ ਬਾਹਰ ਜਾਂਦੇ ਹਾਂ ਅਸੀਂ ਕਹਿੰਦੇ ਹਾਂ ਜੀ ਉੱਥੇ ਅਗਰ ਕੋਈ ਘਰ ਪਹਾੜ ਤੇ ਤਾਂ ਪਹਾੜ ਤੇ ਬਣਾ ਦਿੱਤਾ ਜਾਂ ਥੱਲੇ ਦਾ ਥੱਲੇ ਬਣਾਤਾ, ਉਹਨੂੰ ਪਲੇਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ, ਨੇਚਰ ਨਾਲ ਖਿਲਵਾੜ ਨਹੀਂ ਕੀਤਾ ਜਾਂਦਾ ਜੀ। ਤਾਂ ਅਸੀਂ ਅਗਰ ਬਾਹਰ ਜਾ ਕੇ ਇਹ ਦੇਖਦੇ ਹਾਂ, ਅੱਜ ਤਾਂ ਸੋਸ਼ਲ ਮੀਡੀਆ ਸਾਡੇ ਸਾਰਿਆਂ ਦੇ ਸਾਹਮਣੇ ਚੀਜ਼ਾਂ ਵੇਖੋ, ਬਾਹਰ ਲੋਕਾਂ ਨੇ ਕਿੰਨੇ ਵਧੀਆ ਜੰਗਲ ਸਾਂਭ ਕੇ ਰੱਖੇ ਹੋਏ, ਬਿਲਕੁਲ ਪਾਣੀ ਨੂੰ ਬਹੁਤ ਅੱਛੇ ਤਰੀਕੇ ਨਾਲ ਮੇਨਟੇਨ ਰੱਖਿਆ ਹੋਇਆ ਹੈ। ਆਸਟ੍ਰੇਲੀਆ ਦੇ ਵਿੱਚ 1970 ਤੋਂ ਬਾਅਦ ਬੋਰ ਨਹੀਂ ਕੀਤਾ ਗਿਆ, ਸਾਡੇ ਦੇਸ਼ ਦੇ ਵਿੱਚ ਦੇਖੋ ਪੰਜਾਬ ਦੇ ਵਿੱਚ ਕਿੱਲੇ ਨਾਲ ਦੂਜੇ ਕਿੱਲੇ ਦੇ ਵਿੱਚ ਬੋਰ ਕੀਤਾ ਹੋਇਆ। ਇਸ ਕਰਕੇ ਸਾਨੂੰ ਇਹ ਚੀਜ਼ਾਂ ਸਾਰੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੀਆਂ ਚੀਜ਼ਾਂ ਵੱਲ ਸਾਡੇ ਕਿਸਾਨ ਨੂੰ ਧਿਆਨ ਦੇਣਾ ਪਏਗਾ। ਸਾਨੂੰ ਪੂਰਾ ਵਰਲਡ ਬਰਬਾਦ ਕਰਨ ਲੱਗਾ ਹੋਇਆ। ਦੇਖੋ, ਪਹਿਲਾਂ ਅਸੀਂ ਨਲਕਿਆਂ ਤੋਂ ਪਾਣੀ ਪੀਂਦੇ ਸੀ ਜੀ, ਪਹਿਲਾਂ ਤਾਂ ਈਵਨ ਅਸੀਂ ਧਰਤੀ ਤੋਂ 2 ਫੁੱਟ ਮਿੱਟੀ ਹਟਾ ਕੇ ਪਾਣੀ ਪੀ ਲੈਂਦੇ ਸੀ, ਫਿਰ ਅਸੀਂ ਨਲਕਿਆਂ ਦਾ ਪੀਣ ਲੱਗ ਗਏ, ਅੱਜ ਸਾਨੂੰ ਬੋਤਲਾਂ ਦਾ ਪੀਣਾ ਪੈ ਰਿਹਾ ਜੀ। ਤੇ ਇਹਦੇ ਪਿੱਛੇ ਅਸੀਂ ਜ਼ਿੰਮੇਵਾਰ ਹਾਂ, ਕਿਉਂਕਿ ਸਾਨੂੰ ਜਿਹੜੀਆਂ ਸਾਡੇ ਦੇਸ਼ ਦੀਆਂ ਸਰਕਾਰਾਂ ਉਹ ਕਿਤੇ ਨਾ ਕਿਤੇ ਸਾਨੂੰ ਸਪੋਰਟ ਨਹੀਂ ਕਰਦੀਆਂ, ਤੇ ਬਾਕੀ ਅਸੀਂ ਵੀ ਅੱਗੋਂ ਰਿਸਪੌਂਡ ਨਹੀਂ ਕਰਦੇ। ਤੇ ਸਾਨੂੰ ਸਾਰਿਆਂ ਨੂੰ ਇੱਕ ਦੂਸਰੇ ਨੂੰ ਕੋਆਪਰੇਟ ਕਰਨ ਦੀ ਜ਼ਰੂਰਤ ਹੈ, ਤਾਂ ਜੋ ਅਸੀਂ ਇਸ ਜਿਹੜੀਆਂ ਹੈਗੀਆਂ ਨੇ, ਚਾਹੇ ਉਹ ਅੱਗ ਲਾਉਣ ਦੀ ਗੱਲ ਹੈ, ਪਾਣੀ ਦੀ ਗੱਲ ਹੈ, ਝੋਨੇ ਦੀ ਗੱਲ ਹੈ, ਤਾਂ ਸਾਨੂੰ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਬਹੁਤ ਵੱਡਾ ਮੰਥਨ ਕਰਨ ਦੀ ਲੋੜ ਹੈ ਜੀ। ਇਹਦੇ ਵਿੱਚ ਜਿੰਨੇ ਵੀ ਸਾਡੇ ਬੁੱਧੀਜੀਵੀ ਨੇ, ਕੋਈ ਥਿੰਕ ਟੈਂਕ ਨੇ ਜਾਂ ਸਾਡੇ ਐਗਰੀਕਲਚਰ ਦੇ ਲੋਕ ਨੇ, ਉਹਨਾਂ ਨੂੰ ਚਾਹੀਦਾ ਸਾਡੇ ਪੰਜਾਬ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨ, ਤਾਂ ਜੋ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਦਾ ਭਵਿੱਖ ਹੈ ਜਿਹੜਾ ਉਹ ਚੰਗਾ ਹੋ ਸਕੇ। ਬਿਲਕੁਲ, ਤਾਂ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ। ਤਾਂ ਇਹ ਹਰਪ੍ਰੀਤ ਸਿੰਘ ਗੋਲੂ ਕੇ ਹੋਰੀ ਸੀ ਸਾਡੇ ਨਾਲ, ਜਿਹੜੇ ਅਕਸਰ ਪੰਜਾਬ ਦੇ ਮੁੱਦਿਆਂ ਤੇ ਆਪਣੀ ਆਵਾਜ਼ ਚੁੱਕਦੇ ਨੇ। ਤਾਂ ਅੱਜ ਨਾੜ ਦੇ ਮਾਮਲੇ ਨੂੰ ਲੈ ਕੇ ਵੀ ਬਰੀਕੀ ਦੇ ਨਾਲ ਇਹਨਾਂ ਦੇ ਵੱਲੋਂ ਚਾਨਣਾ ਪਾਇਆ ਗਿਆ ਕਿ ਅੱਜ ਕਿਸ ਢੰਗ ਦੇ ਨਾਲ ਅਸੀਂ ਆਪਣੇ ਵਾਤਾਵਰਨ ਦੇ ਨਾਲ
ਖਿਲਵਾੜ ਕਰ ਰਹੇ ਹਾਂ। ਸੋ ਅੱਜ ਦੇ ਟਾਈਮ ਦੇ ਵਿੱਚ ਹਰ ਉਹ ਵਿਅਕਤੀ ਨੂੰ ਆਪਣੇ ਵੱਲੋਂ ਉਪਰਾਲੇ ਕਰਨੇ ਪੈਣਗੇ ਕਿ ਕਿਸ ਢੰਗ ਦੇ ਨਾਲ ਆਪਣੇ ਸੂਬੇ ਨੂੰ ਬਚਾਇਆ ਜਾ ਸਕੇ, ਆਪਣੇ ਵਾਤਾਵਰਣ ਨੂੰ ਬਚਾਇਆ ਜਾ ਸਕੇ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੀ ਰਾਏ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਸਾਂਝੀ ਕਰ ਸਕਦੇ ਹੋ। ਕਿਸੇ ਨਵੇਂ ਮੁੱਦੇ ਦੇ ਨਾਲ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਮੈਨੂੰ ਦਿਓ ਆਗਿਆ। ਸਤਿ ਸ੍ਰੀ ਅਕਾਲ। ਦੇਸ਼ ਦੁਨੀਆ ਦੀਆਂ ਖਬਰਾਂ ਸਭ ਤੋਂ ਪਹਿਲਾਂ ਜਾਣਨ ਦੇ ਲਈ ਲਾਈਕ, ਸਬਸਕ੍ਰਾਈਬ ਤੇ ਫੋਲੋ ਕਰੋ ਸਕਰੋਲ ਪੰਜਾਬ।